Kalima question: following figures have been extracted from the records of Fancy Stores, a proprietorship concern as at 31 December 2024. Prepare trading and P&L account and balance sheet after taking into consideration the following further information or adjustments given हैं। एंड P&L अकाउंट बना लाँगे। ਇਹਦੇ ਵਿੱਚ ਸਭ ਤੋਂ ਪਹਿਲਾਂ ਓਪਨਿੰਗ ਸਟਾਕ ਲਿਖਾਂਗੇ, ਪਰਚੇਜ਼ਸ ਲਿਖਾਂਗੇ। ਇਹਦੇ 'ਚ ਦੂਜੇ ਨੰਬਰ ਤੇ ਐਡਜਸਟਮੈਂਟ ਦਿੱਤੀ ਸੀ, ਸੇਲ ਆਫ 25 ਮੇਡ ਫॉर ਕੈਸ਼ हैड बीन क्रेडिटेड टू परचेजेस अकाउंट। परचेजेस ਦੇ ਵਿੱਚ ਕ੍ਰੈਡਿਟ ਕੀਤੀ ਹੈ। ਇਹਦਾ ਮਤਲਬ ਕੀ ਕਰਤਾ ਉਹਨਾਂ ਨੇ, ਪਰਚੇਜ਼ ਇਹਨੂੰ ਕੀ ਮੰਨ ਲਿਆ, ਰਿਟਰਨ ਮੰਨ ਲਿਆ। ਜੇ ਪਰਚੇਜ਼ ਰਿਟਰਨ ਮੰਨ ਲਿਆ, ਗਲਤੀ ਨਾਲ ਪਰਚੇਜ਼ ਰਿਟਰਨ ਹੋ ਗਈ ਤਾਂ ਪਰਚੇਜ਼ ਦੇ ਵਿੱਚ ਕੀ ਕਰਾਂਗੇ, ਐਡ ਕਰਾਂਗੇ। ਤੇ ਸੇਲ ਦੇ ਵਿੱਚ ਹੋਣੀ ਚਾਹੀਦੀ ਸੀ, ਸੇਲਸ ਤਾਂ ਲਿਖਣੀ ਭੁੱਲ ਗਏ, ਸੇਲ 'ਚ ਵੀ ਅਸੀਂ ਐਡ ਕਰ ਦਾਂਗੇ। ਠੀਕ ਹੈ, ਉਸ ਤੋਂ ਬਾਅਦ ਕੈਰੀਜ਼ ਇਨਵਰਡ ਆ ਜਾਏਗਾ। ਠੀਕ ਹੈ, ਤੇ ਕਲੋਜ਼ਿੰਗ ਸਟਾਕ ਦਿੱਤਾ ਸੀ ਉਹ ਦੇਖ ਕੇ ਲਿਖ ਲਿਆ। ਦੋਨੋਂ ਸਾਡੇ ਟੋਟਲ ਕਰਾਂਗੇ, ਬੈਲੈਂਸਿੰਗ ਫਿਗਰ ਸਾਡੇ ਕੋਲ ਗ੍ਰੋਸ ਪ੍ਰੋਫਿਟ ਆ ਜਾਏਗਾ। ਗ੍ਰੋਸ ਪ੍ਰੋਫਿਟ ਨੂੰ ਅੱਗੇ ਬਰੋਡ ਡਾਊਨ ਕਰਾਂਗੇ। ਪ੍ਰੋਵੀਜ਼ਨ ਫॉर ਬੈਡ ਡੈਟ ਇੱਥੇ ਕੁਐਸਚਨ ਦੇ ਵਿੱਚ ਦਿੱਤੀ ਸੀ, ਓਲਡ ਹੈ। ਓਲਡ ਜਾਂ ਤਾਂ ਇੱਧਰੋਂ ਮਾਈਨਸ ਕਰ ਦਿੰਦੇ ਨੇ ਜਾਂ ਇੱਧਰ ਆਪਾਂ ਲਿਖ ਲਓ। ਠੀਕ ਹੈ, ਮੈਂ ਇੱਧਰ ਕ੍ਰੈਡਿਟ ਸਾਈਡ 'ਤੇ ਲਿਖਤੀ ਹੈ। ਇੰਟਰਸਟ ਔਨ FD, ਇਹਦੇ ਵਿੱਚ 7ਵੇਂ ਨੰਬਰ 'ਤੇ ਐਡਜਸਟਮੈਂਟ ਦਿੱਤੀ ਸੀ, ਤਾਂ ਪ੍ਰੋਸੀਡ ਆਫ ਅ ਮੈਚਿਓਰਡ ਫਿਕਸ ਡਿਪੋਜ਼ਿਟ ਅਮਾਊਂਟਿੰਗ ਟੂ 25,400 हैज़ बीन क्रेडिटेड टू द FD अकाउंट। ओरिजिनल अमाउंट 20,000 ਸੀ, ਸਟਾਰਟਿੰਗ 'ਤੇ ਮੈਂ 20,000 ਲਗਾਇਆ FD ਲਈ, ਤੇ ਮੇਰੇ ਕੋਲ ਹੁਣ ਕਿੰਨਾ ਗਾ, 25,400 ਮਤਲਬ ਕਿ ਐਂਡ 'ਤੇ ਮਿਲ ਰਿਹਾ। ਇਹਦਾ ਮਤਲਬ 5400 ਰੁਪਏ ਕਾਹਦਾ ਗਾ, ਇੰਟਰਸਟ ਦਾ, ਇਨਕਮ ਹੋ ਗਈ, ਇਸ ਕਰਕੇ ਲਿਖਤਾ। 10ਵੀਂ ਐਡਜਸਟਮੈਂਟ ਸੀਗੀ, ਉਹਦੇ ਵਿੱਚ ਕਿਹਾ ਸੀ ਆਪਾਂ ਨੂੰ ਦ ਆਫਿਸ ਪ੍ਰੀਮਿਸਿਸ ਵਰ ਸਬਲੈਟ from December 2024 for a monthly rent of 1,000 but the rent for December has not been yet received। ਠੀਕ ਹੈ, ਦਸੰਬਰ ਦੇ ਵਿੱਚ ਹੀ ਅਸੀਂ ਦਿੱਤਾ ਸੀਗਾ, ਸਬਲੈਟਿੰਗ ਕਰਤੀ, ਮਤਲਬ ਅੱਗੇ ਕਿਸੇ ਨੂੰ ਕਿਰਾਏ 'ਤੇ ਦੇਤਾ। ਠੀਕ ਹੈ, ਤੇ ਹੁਣ ਉਹਦੇ ਵਿੱਚੋਂ 1,000 ਹੀ ਹੋਊਗਾ, 1,000 ਮਿਲਣ ਵਾਲਾ ਰਹਿੰਦਾ, ਤਾਂ ਉਹ ਰੈਂਟ ਰਿਸੀਵੇਬਲ ਦੇ ਨਾਮ ਨਾਲ ਇੱਥੇ ਪਾ ਦਾਂਗੇ। ਭਾਵੇਂ ਮਿਲ ਵੀ ਜਾਂਦਾ ਤਾਂ ਵੀ ਇੱਥੇ ਹੀ ਹੋਣਾ। ਠੀਕ ਹੈ, ਇਹ ਬਟ ਹੁਣ ਆਪਣੀ ਇੱਕ ਐਸੈਟ ਵੀ ਕ੍ਰੀਏਟ ਹੋ ਗਈ, ਤਾਂ ਉਹ ਨੀਚੇ ਵੀ ਜਾਊਗੀ। ਤੇ ਉਸ ਤੋਂ ਬਾਅਦ ਪ੍ਰੋਫਿਟ ਔਨ ਸੇਲ, ਉਹਦੇ ਲਈ ਆਪਾਂ ਨੂੰ ਐਡਜਸਟਮੈਂਟ ਦਿੱਤੀ ਵੀ ਸੀਗੀ 5ਵੀਂ, ਫਰਨੀਚਰ ਹੈਡ ਬੀਨ ਸੋਲਡ ਡੂਰਿੰਗ ਦ ਈਅਰ 10,000। ਠੀਕ ਹੈ, 10,000 ਵੇਚਿਆ ਐਂਡ ਪ੍ਰੋਸੀਡਸ ਹੈਜ਼ ਬੀਨ ਕ੍ਰੈਡਿਟਡ ਟੂ ਫਰਨੀਚਰ ਅਕਾਊਂਟ। ਫਰਨੀਚਰ 10,000 ਦਾ ਵੇਚਦਾ ਤੇ ਅਸੀਂ ਇਹਦੀ ਪ੍ਰੋਸੀਡਸ ਹੈ ਉਹ ਕੀ ਕਰਤੀ ਹੈ, ਕ੍ਰੈਡਿਟਰ ਕਰਦੀ ਹੈ ਫਰਨੀਚਰ ਅਕਾਊਂਟ ਦੇ ਵਿੱਚ। ਰਿਟਨ ਡਾਊਨ ਵੈਲਿਊ ਫਰਨੀਚਰ ਦੀ ਕਿੰਨੀ ਹੈ, 5,000। ਇਹਦਾ ਮਤਲਬ ਕਿ ਇਹ 10,000 ਵਾਲੀ ਮਤਲਬ ਵੈਲਿਊ ਉਹਦੀ 5,000 ਰਹਿ ਗਈ, ਮਿਲ ਗਿਆ ਮੈਨੂੰ 10,000, ਤਾਂ ਸਿੱਧਾ ਪਤਾ ਲੱਗ ਰਿਹਾ 5,000 ਦਾ ਪ੍ਰੋਫਿਟ ਹੋ ਗਿਆ, ਉਹ ਦੇਖ ਕੇ ਲਿਖਤਾ। ਠੀਕ ਹੈ, ਫਿਰ ਡੈਬਿਟ ਸਾਈਡ ਪ੍ਰਪੇਅਰ ਕਰ ਲਾਂਗੇ। ਇਹਦੇ 'ਚ ਸੈਲਰੀਜ਼ ਲਈ ਆਪਾਂ ਨੂੰ ਦੇਖਣਾ ਪੈਣਾ, ਸੈਲਰੀ ਦੀ 2 ਐਡਜਸਟਮੈਂਟ ਸੀ। ਸੈਲਰੀ ਆਫ 2,000 ਪੇਡ ਟੂ ਐਨ ਇੰਪਲੋਈ ਹੈਡ ਬੀਨ ਐਂਟਰਡ ਇਨ ਦ ਕੈਸ਼ ਬੁੱਕ ਐਜ਼ 1,000। ਠੀਕ ਹੈ, 2,000 ਇੰਪਲੋਈ ਨੂੰ ਪੇ ਕੀਤੀ ਹੈ ਤੇ ਕੈਸ਼ ਬੁੱਕ ਦੇ ਵਿੱਚ ਕਿੰਨਾ ਲਿਖਤਾ ਗਾ, 1,000। ਤਾਂ ਇਹਦਾ ਮਤਲਬ 1,000 ਰੁਪਈਆ ਆਪਣਾ ਆਊਟਸਟੈਂਡਿੰਗ ਹੋ ਗਿਆ, 1,000 ਹਜੇ ਹੋਰ ਦੇਣਾ ਪਊਗਾ। 1,000 ਵਿੱਚ ਕੀ ਕਰ ਦਾਂਗੇ, ਐਡ ਕਰ ਦਾਂਗੇ ਆਊਟਸਟੈਂਡਿੰਗ। ਠੀਕ ਹੈ, ਕਿਹੜੀ ਐਡਜਸਟਮੈਂਟ, ਤੀਜੀ ਐਡਜਸਟਮੈਂਟ। ਇੱਕ ਸੈਲਰੀ ਦੀ ਹੋਰ ਸੀਗੀ। ਠੀਕ ਹੈ, ਉਹਦੇ ਵਿੱਚ ਲਾਸਟ 'ਤੇ ਇਹਨਾਂ ਨੇ 9ਵੀਂ ਦੇ ਵਿੱਚ ਕਿਹਾ ਵਾ ਸੀਗਾ ਐਨ ਐਡਵਾਂਸ ਆਫ 1,000 ਪੇ ਟੂ ਐਨ ਇੰਪਲੋਈ ਅਗੇਂਸਟ ਹਿਸ ਸੈਲਰੀ ਆਫ ਜਨਵਰੀ 2024। ਠੀਕ ਹੈ, ਅਸੀਂ ਡੈਬਿਟਡ ਕਰਤੀ ਹੈ ਸੈਲਰੀ ਅਕਾਊਂਟ ਦੇ ਵਿੱਚ। ਇਹਦਾ ਮਤਲਬ ਇਹ ਕਿਹੜੀ ਹੋਗੀ, ਐਡਵਾਂਸ ਵਾਲੀ ਨੂੰ ਕੀ ਬਣਦੇ ਹੁੰਦੇ ਅਸੀਂ, ਪ੍ਰੀਪੇਡ। ਤਾਂ ਪ੍ਰੀਪੇਡ ਇਹਦੇ 'ਚੋਂ ਕੀ ਹੋ ਜਾਣੀ ਹੈਗੀ, ਮਾਈਨਸ ਹੋ ਜਾਣੀ ਹੈ, ਤਾਂ ਇਸ ਕਰਕੇ 19,000 ਹੀ ਨੈਟ ਇਫੈਕਟ ਆ ਗਿਆ। ਠੀਕ ਹੈ, ਫਿਰ ਇੰਸ਼ੋਰੈਂਸ ਜਿਵੇਂ ਦਿੱਤਾ ਸੀ ਉਵੇਂ ਲਿਖ ਲਿਆ। ਰੈਂਟ 22,000 8ਵੀਂ ਐਡਜਸਟਮੈਂਟ ਦੇ ਵਿੱਚ ਆਊਟਸਟੈਂਡਿੰਗ ਰੈਂਟ ਸੀਗਾ 1 ਮਹੀਨੇ ਦਾ, ਉਹ ਵਿੱਚ ਐਡ ਕਰ ਦਾਂਗੇ। ਐਡਵਰਟਾਈਜ਼ਮੈਂਟ ਉਸ ਤਰੀਕੇ ਨਾਲ ਲਿਖਤੀ, ਪੋਸਟੇਜ ਟੈਲੀਫੋਨ ਉਸ ਤਰੀਕੇ ਨਾਲ ਲਿਖਦੇ, ਬੈਡ ਡੈਟ ਸੀ ਉਹ ਵੀ ਦੇਖ ਕੇ ਲਿਖਤੇ, ਪ੍ਰਿੰਟਿੰਗ ਐਂਡ ਸਟੇਸ਼ਨਰੀ ਲਿਖਤਾ, ਜਨਰਲ ਚਾਰजेस ਲਿਖਤੇ। ਠੀਕ ਹੈ, ਫਿਰ ਤੀਜੀ ਸੈਸ਼ਨ ਲਈ ਆਪਾਂ ਅਕਾਊਂਟ ਪ੍ਰਪੇਅਰ ਕਰ ਲੈਂਦੇ ਹਾਂ। ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ, ਜਿਹੜਾ ਪ੍ਰੋਫਿਟ ਹੋਇਆ ਉਹ ਵੀ ਡੈਬਿਟ ਸਾਈਡ 'ਤੇ ਲਿਖ ਦਾਂਗੇ। ਸੇਲ ਕਿੰਨੀ ਕੀਤੀ ਹੈ, 10,000 ਦੀ ਕੀਤੀ ਹੈ। ਠੀਕ ਹੈ, ਭਾਵੇਂ ਉਹਦੀ ਰਿਟਰਨ ਡਾਊਨ ਵੈਲਿਊ ਕਿੰਨੀ ਸੀਗੀ, 5,000 ਸੀਗੀ, ਤਾਂ ਇਹਦਾ ਮਤਲਬ ਇਸ ਕਰਕੇ ਤਾਂ ਹੀ ਆਪਣਾ 5,000 ਦਾ ਪ੍ਰੋਫਿਟ ਆਇਆ ਸੀਗਾ। ਤਾਂ ਸੇਲ ਕਿੰਨੀ ਹੋਊਗੀ, 10,000 ਹੋਊਗੀ, ਤੇ ਉਹਦੇ 'ਤੇ ਡੈਪਰੀਸ਼ੀਏਸ਼ਨ ਲਾਉਣ ਦੀ ਲੋੜ ਨਹੀਂ, ਕਿਉਂਕਿ ਇੱਕ ਤਾਂ ਡੇਟ ਵੀ ਨਹੀਂ ਗਿਵਨ, ਦੂਜੀ ਚੀਜ਼ ਇਹ ਆ ਰਿਟਰਨ ਡਾਊਨ ਵੈਲਿਊ ਮਤਲਬ ਆਲਰੇਡੀ ਇਹਦੇ 'ਚੋਂ ਡੈਪਰੀਸ਼ੀਏਸ਼ਨ ਡਿਡਕਟਡ। ਠੀਕ ਹੈ, ਤਾਂ ਉਹ ਚੀਜ਼ ਹੋ ਜਾਊਗੀ। ਫਿਰ ਦੋਨੋਂ ਸਾਰੇ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹਦੇ 'ਤੇ ਆਪਾਂ ਡੈਪਰੀਸ਼ੀਏਸ਼ਨ ਲਗਾਵਾਂਗੇ 10%। ਠੀਕ ਹੈ, ਕਿ ਜਿਹੜੀ ਰਹਿ ਰਹੀ ਉਹ 'ਤੇ ਡੈਪਰੀਸ਼ੀਏਸ਼ਨ ਲਾਉਣੀ ਨਹੀਂ ਹੈਗੀ, ਤੇ ਬਾਕੀ ਫਿਰ ਉਸ ਤੋਂ ਬਾਅਦ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਬੈਲੈਂਸ ਕੈਰੀ ਡਾਊਨ ਆਪਣਾ ਬੈਲੈਂਸ ਸ਼ੀਟ ਦੇ ਵਿੱਚ ਸ਼ੀਟ ਬਣਾ ਲੈਂਦੇ ਹਾਂ। ਇੱਥੇ ਆਊਟਸਟੈਂਡਿੰਗ ਰੈਂਟ ਲਿਖ ਦਾਂਗੇ, ਕ੍ਰੈਡੀਟਰ ਲਿਖ ਦਾਂਗੇ, ਡਿਪੋਜ਼ਿਟ ਫਰੋਮ ਕਸਟਮਰ ਲਾਇਬਿਲਿਟੀ ਹੁੰਦੀ ਹੈ ਉਹ ਲਿਖ ਦਾਂਗੇ, ਕੈਪੀਟਲ 'ਚ ਨੈਟ ਪ੍ਰੋਫਿਟ ਐਡ ਕਰ ਦਾਂਗੇ। ਜਿਹੜਾ ਇੱਥੇ ਲਿਖੀ ਸੀਗੀ 6ਵੀਂ ਐਡਜਸਟਮੈਂਟ, ਸਮ ਆਫ 10,000 ਰਿਸੀਵਡ ਫਰੋਮ ਅ ਪਾਰਟੀ ਹੂ ਹੈਡ ਪਰਚੇਜ਼ ਸਮ ਸਟਾਕ ਬਿਲੋਂਗਿੰਗ ਟੂ ਅ ਸੈਪਰੇਟ ਬਿਜ਼ਨਸ ਆਫ ਦ ਪ੍ਰੋਪਰਾਈਟਰ ਵਾਸ ਕ੍ਰੈਡਿਟਡ ਟੂ ਸਨਡਰੀ ਡੈਟਰ। ਮਤਲਬ ਆਪਾਂ ਕਿਸੇ ਤੋਂ ਲਿੱਤੀ। ਠੀਕ ਹੈ, ਕਿਤੋਂ ਲਿੱਤੇ, ਕਿਸੇ ਪਾਰਟੀ ਤੋਂ ਲਿੱਤੀ। ਠੀਕ ਹੈ, ਬਿਜ਼ਨਸ ਦੇ ਵਿੱਚ ਉਹ ਹੈ ਬਿਜ਼ਨਸਮੈਨ ਦੇ ਸੀ, ਗਲਤੀ ਨਾਲ ਤੁਸੀਂ ਲਿਖਤੇ ਵੀ ਡੈਟਰ ਤੋਂ ਮਿਲੇ, ਡੈਟਰ ਤੋਂ ਨਹੀਂ ਸੀ ਮਿਲੇ, ਮਿਲੇ ਕਿਸੇ ਹੋਰ ਦੇ ਮਤਲਬ ਕਿ
ਉਹਦੇ ਹੋਰ ਕਿਸੇ ਬਿਜ਼ਨਸ ਤੋਂ ਮਿਲ ਸਕਦਾ, ਇਸ ਕਰਕੇ ਉਹਦੀ ਕੈਪੀਟਲ ਐਡੀਸ਼ਨਲ ਇੱਕ ਤਰੀਕੇ ਦੀ ਹੋ ਜੂਗੀ, ਐਡ ਕਰ ਦਾਂਗੇ। ਠੀਕ ਹੈ, ਤੇ ਡਰਾਇੰਗ ਕੀ ਕਰ ਦਾਂਗੇ, ਜਿਹੜੀ ਕੁਐਸਚਨ ਦਿੱਤੀ ਸੀ ਮਾਈਨਸ ਕਰ ਦਾਂਗੇ। ਫਿਰ ਇਹਦਾ ਇਹੀ ਟ੍ਰੀਟਮੈਂਟ ਰਿਸੀਵਡ ਫਰੋਮ ਜੋ ਸੀਗਾ ਇਹ ਡੈਟ ਦੇ ਵਿੱਚ ਵੀ ਕੀ ਕਰਾਂਗੇ, ਪਲੱਸ ਕਰਾਂਗੇ। ਪਲੱਸ ਕਿਉਂ ਕਰਾਂਗੇ, ਕ੍ਰੈਡਿਟ ਹੋਏਗਾ। ਠੀਕ ਹੈ, ਡੈਟਰ ਦੇ ਵਿੱਚ ਮੈਂ ਕੀ ਮੰਨ ਲਿਆਗਾ ਵੀ ਡੈਟਰ ਦੇ ਵਿੱਚ ਕੀ ਲੱਗਦਾ ਹੈਗਾ, ਕ੍ਰੈਡਿਟਡ ਟੂ ਸੰਡਰੀ ਡੈਟਰ ਅਕਾਊਂਟ। ਇਹ ਮੰਨ ਲਿਆਗਾ ਵੀ ਡੈਟਰ ਨੇ ਪੈਸੇ ਕੀ ਦਿੱਤੇ ਆਪਾਂ ਨੂੰ, ਡੈਟਰ ਨੇ ਪੈਸੇ ਦਿੱਤੇ ਐਂ ਮੰਨ, ਤਾਂ ਉਹਦੇ ਨਾਲ ਮੈਂ ਆਪਦਾ ਬੈਲੈਂਸ ਡੈਟਰ ਦਾ ਘਟਾਤਾ ਹੋਣਾ, ਤਾਂ ਹੁਣ ਕੀ ਕਰਨਾ ਪੈਣਾ, ਕਢਾਉਣਾ। ਠੀਕ ਹੈ, ਫਿਰ ਇੱਕ 10ਵੀਂ ਐਡਜਸਟਮੈਂਟ ਸੀਗੀ ਰੈਂਟ ਰਿਸੀਵੇਬਲ, ਉਹ ਲਿਖ ਦਾਂਗੇ। ਠੀਕ ਹੈ, ਕਿਉਂਕਿ ਆਪਾਂ ਐਡਵਾਂਸ ਪੇਮੈਂਟ ਦਿੱਤੀ ਸੀ ਇਸ ਕਰਕੇ ਕੈਸ਼ ਇਨ ਹੈਂਡ ਦੇ ਵਿੱਚੋਂ 1000 ਰੁਪਇਆ ਮਾਈਨਸ ਕਰ ਦਾਂਗੇ। ਕੈਸ਼ ਐਟ ਬੈਂਕ ਦੇ ਵਿੱਚ ਆਪਣਾ 10000 ਪਹਿਲਾਂ ਸੀ, 10000 ਐਡ ਕਰਕੇ ਲਿਖਾਂਗੇ। ਜਿਹੜਾ ਆਪਾਂ ਫਰਨੀਚਰ ਵੇਚਿਆ ਸੀ ਤਾਂ ਉਹਦੇ ਨਾਲ ਆਪਾਂ ਨੂੰ ਕੈਸ਼ ਵੀ ਰਿਸੀਵ ਹੋਇਆ ਹੋਊ, ਇਸ ਕਰਕੇ ਆਪਾਂ ਐਡ ਕਰਕੇ ਲਿਖਿਆ ਹੈਗਾ। ਇੱਕ ਐਡਵਾਂਸ ਪੇਮੈਂਟ ਕੀਤੀ ਹੈ ਸੈਲਰੀ ਦੀ, ਉਹ ਆਪਣੀ ਮਤਲਬ ਕੀ ਹੋ ਜਾਏਗੀ, ਇੱਕ ਤਰੀਕੇ ਦੀ ਐਸੈਟ ਹੋ ਜਾਏਗੀ, ਉਹ ਲਿਖ ਦਾਂਗੇ। ਉਸ ਤੋਂ ਬਾਅਦ ਉੱਪਰਲੀਆਂ ਐਡਜਸਟਮੈਂਟਸ ਰਹਿ ਸੀ, ਫਰਨੀਚਰ ਲਿਖ ਦਾਂਗੇ। ਇੱਕ ਫਿਕਸ ਡਿਪੋਜ਼ਿਟ ਸੀਗੇ 34,600 ਸਟਾਰਟਿੰਗ ਦੇ ਵਿੱਚ ਸੀਗੇ, 1,34,600। ਉਸ ਤੋਂ ਸ਼ੋਰ ਵਾਲੀ ਵੈਲਿਊ ਐਡ ਕਰ ਦਾਂਗੇ ਤੇ ਰੀਜ਼ਨਲ ਵੈਲਿਊ ਮਾਈਨਸ ਕਰ ਦਾਂਗੇ। ਠੀਕ ਹੈ, ਉਸ ਤੋਂ ਬਾਅਦ ਕਲੋਜ਼ਿੰਗ ਸਟਾਕ ਜਿਹੜੇ ਆਪਾਂ ਵੈਲਿਊ ਮਤਲਬ ਦਿੱਤੀ ਹੋਈ ਸੀਗੀ 10,000 ਦੀ, ਆਪਾਂ ਨੂੰ ਪਹਿਲੀ ਐਡਜਸਟਮੈਂਟ ਵੀ ਕਲੋਜ਼ਿੰਗ ਸਟਾਕ ਇੰਨੇ ਦਾ ਹੈਗਾ ਉਹ ਦੇਖ ਕੇ ਲਿਖ ਦਾਂਗੇ, ਦੋਨੋਂ ਸਾਈਡ ਟੋਟਲ ਕਰਾਂਗੇ ਤੇ ਮੈਚ ਹੋ ਜਾਏਗਾ। 42ਵਾਂ ਕੁਐਸਚਨ ਆਫ ਫੋਲੋਇੰਗ ਇਜ਼ ਦਾ ਟ੍ਰਾਇਲ ਬੈਲੈਂਸ ਆਫ ਅਭਿਨਵ ਟ੍ਰੇਡਿੰਗ ਕੰਪਨੀ ਐਜ਼ ਔਨ 31 ਮਾਰਚ 2024। ਪਹਿਲਾਂ ਟ੍ਰਾਇਲ ਬੈਲੈਂਸ ਗਿਵਨ ਆ, ਫਿਰ ਕਿਹਾ ਪ੍ਰਪੇਅਰ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਫॉर द ईयर एंडेड 31 मार्च 2024 एंड ऑल्सो बैलेंस शीट एज ऑन दैट डेट आफ्टर मेकिंग द फॉलोइंग एडजस्टमेंट्स गिवन। तो सब तो पहला आप ट्रेडिंग एंड P&L अकाउंट प्रिपेयर कर लेने। ओपनिंग स्टॉक में आप डेबिट साइड से लिखांगे, परचेजिज के विचों रिटर्न माइनस करके लिखांगे। बेसिस ਦੇ ਵਿੱਚ ਇੱਕ ਇਹਨਾਂ ਨੇ ਐਡਜਸਟਮੈਂਟ ਦਿੱਤੀ ਵੀ ਸੀ, ਸੈਕਿੰਡ ਐਡਜਸਟਮੈਂਟ ਬੇਸਿਸ ਪੇਡ ਫॉर ਇੰਸਟਾਲੇਸ਼ਨ ਆਫ ਮਸ਼ੀਨਰੀ ਅਮਾਊਂਟਿੰਗ ਟੂ 1500 ਬਾਜ਼ ਇਨਕਲੂਡਡ ਇਨ ਦਾ ਬੇਸਿਸ ਅਕਾਊਂਟ। ਬੇਸਿਸ ਅਕਾਊਂਟ ਦੇ ਵਿੱਚ ਇਨਕਲੂਡਡ, ਤੇ ਫਿਰ ਆਪਾਂ ਕੀ ਕਰਾਂਗੇ, ਇਹ ਬੇਸਿਸ ਦੇ ਵਿੱਚੋਂ ਕੀ ਕਰ ਦਾਂਗੇ, ਮਾਈਨਸ ਕਰ ਦਾਂਗੇ, ਕਿਉਂਕਿ ਇਹ ਮਸ਼ੀਨਰੀ ਦੇ ਵਿੱਚ ਐਡ ਹੋਣਾ ਚਾਹੀਦਾ ਸੀ, ਇਸ ਕਰਕੇ ਇਹਦੇ ਵਿੱਚੋਂ ਗਲਤੀ ਨਾਲ ਇਹਦੇ ਵਿੱਚ ਐਡ ਹੋਇਆ ਵਾ ਤਾਂ ਇਹਦੇ 'ਚੋਂ ਮਾਈਨਸ ਕਰ ਦਾਂਗੇ, ਤੇ ਉਹਦੇ ਵਿੱਚ ਐਡ ਹੋਣਾ ਰਹਿ ਗਿਆ ਤਾਂ ਉਹਦੇ 'ਚ ਐਡ ਕਰ ਦਾਂਗੇ। ਉਸ ਤੋਂ ਬਾਅਦ ਆਪਾਂ ਕ੍ਰੈਡਿਟ ਸਾਈਡ ਪ੍ਰਪੇਅਰ ਕਰ ਲਾਂਗੇ, ਉਹਦੇ ਲਈ ਸੇਲ ਆਪਾਂ ਲਿਖਾਂਗੇ, ਸੇਲ ਆਫ ਫਰਨੀਚਰ, 올ਡ ਫਰਨੀਚਰ ਸੀਗਾ ਤੇ ਉਹ ਆਪਾਂ ਇਹਦੇ ਵਿੱਚ ਸੇਲ ਦੇ ਵਿੱਚ ਲਿਖਤਾ ਗਿਆ, ਤਾਂ ਫਿਰ ਉਹ ਸੇਲ ਦੇ ਵਿੱਚੋਂ ਮਾਈਨਸ ਕਰ ਦਾਂਗੇ। 4500 ਦੀ ਵੈਲਿਊ ਸੀ, 4500 ਮਾਈਨਸ ਕਰਤਾ ਤੇ ਰਿਟਰਨ ਵੀ ਮਾਈਨਸ ਕਰ ਦਾਂਗੇ, ਸੇਲਸ ਰਿਟਰਨ। ਕਲੋਜ਼ਿੰਗ ਸਟਾਕ ਆਪਾਂ ਉਹਨਾਂ ਨੇ ਐਡਜਸਟਮੈਂਟ ਦਿੱਤੀ ਹੋਈ ਸੀ ਕਲੋਜ਼ਿੰਗ ਸਟਾਕ ਲਈ। बैंक ओवरड्राफ्ट इज सिक्योर्ड अगेंस्ट हाइपोथिकेशन ऑफ स्टॉक। बैंक ओवरड्राफ्ट आउटस्टैंडिंग एज ऑन 31 मार्च 2024 अकाउंटेड फॉर 80% ऑफ ड्राइंग पावर। सच ड्राइंग पावर इज असरटेन्ड बाय डिडक्टिंग 20% एज मार्जिन फ्रॉम द वैल्यू ऑफ स्टॉक एज ऑन दैट डेट। ਬੈਂਕ ਓਵਰਡਰਾਫਟ ਆਪਾਂ ਨੂੰ ਕੁਐਸਚਨ ਦੇ ਵਿੱਚ 3,20,000 ਦਿੱਤਾ ਹੋਗਾ ਤੇ ਉਹ ਕੀ ਕਹਿ ਰਹੇ ਹੈਗੇ, ਇਹ ਅਕਾਊਂਟਡ ਫॉर 80% ਆਫ ਡਰਾਇੰਗ ਪਾਵਰ। ਤਾਂ ਆਪਾਂ ਕੀ ਕਰਾਂਗੇ, ਇਹ 80% ਮਤਲਬ ਇਹਦੇ ਵਿੱਚੋਂ ਦੇਖ ਲਾਂਗੇ, ਮਤਲਬ ਕਿ ਇਹ 80% ਗਿਵਨ ਆ ਵੈਲਿਊ, ਤਾਂ ਆਪਾਂ 100 ਤੇ ਪਹੁੰਚਣਾ, 100 ਨਾਲ ਮਲਟੀਪਲਾਈ 80 ਨਾਲ डिवाइड कर देंगे, 4 लाख आ गया। उस तो बाद कह रहे हैं सच ड्राइंग पावर इज असरटेन। ये ड्राइंग पावर आप किवें असरटेन करनी, बाय डिडक्टिंग 20% एज मार्जिन फ्रॉम द वैल्यू ऑफ स्टॉक। तो फिर ये फिर सेम फार्मूला लग जूगा, क्योंकि ये 80% दिता वागा तो 100 ते पहुँचना गा। ठीक है, 4 लाख ये कहते किवें कढ़िया वा इन्होंने, जो ड्राइंग पावर पर ड्राइंग पावर तो कैलकुलेट करना, तो अपन की करना पऊगा, जी ड्राइंग पावर 4 लाख आ गई है वो 100/80 लगा देंगे, तो अपने को क्लोजिंग स्टॉक आ जाएगा 5 लाख। वो वैल्यू लिख देंगे। उस तो बाद दोनों साइड टोटल करांगे, जो बैलेंसिंग फिगर आ जाएगी, ग्रॉस प्रॉफिट आ जाएगा, ग्रॉस प्रॉफिट को अगे ब्रॉड डाउन करांगे। फिर बैड डेट रिकवर्ड होए है, मिसलेनियस इनकम ये आप लिख देंगे। फिर डेबिट साइड प्रिपेयर करांगे, डेप्रीशिएशन लिखांगे, प्लांट एंड मशीनरी दी, फर्नीचर दी। जो प्लांट एंड मशीनरी की डेप्रीशिएशन लानी है, ਜਿਹੜੀਆਂ ਉਹ बेसिस ਸੀਗੀਆਂ ਉਹ ਵਿੱਚ ਐਡ ਕਰਕੇ ਆਪਾਂ ਨੇ ਲਗਾਉਣੀ ਹੈਗੀ, क्योंकि बेसिस इंस्टॉलेशन ऑफ मशीनरी ਲਈ ਸੀ। ठीक है, तो इस करके की करांगे ਅਸੀਂ ਇਹਦੇ ਵਿੱਚ ਐਡ ਕਰਾਂਗੇ। ਫਿਰ ਮਸ਼ੀਨਰੀ ਦੀ ਐਕਚੁਅਲ ਵੈਲਿਊ ਇੱਕ ਤਰੀਕੇ ਨਾਲ ਆਊਗੀ, ਉਹ 'ਚੋਂ ਡੈਪਰੀਸ਼ੀਏਸ਼ਨ ਇੱਥੇ ਕੈਲਕੂਲੇਟ ਕਰਾਂਗੇ। ਇਹ ਡੈਪਰੀਸ਼ੀਏਸ਼ਨ ਕੈਲਕੂਲੇਟ ਕਰਕੇ ਬਾਅਦ 'ਚੋਂ ਬੈਲੈਂਸ ਸ਼ੀਟ ਦੇ ਵਿੱਚੋਂ ਇਹ ਡੈਪਰੀਸ਼ੀਏਸ਼ਨ ਮਾਈਨਸ ਹੋ ਜੂਗੀ, ਤੇ ਜੋ ਵੈਲਿਊ ਹੋਊਗੀ ਉਹ ਵਾਲੀ ਅਸੀਂ ਬੈਲੈਂਸ ਸ਼ੀਟ ਦੇ ਵਿੱਚ ਲਿਖਾਂਗੇ। ਫਿਰ ਫਰਨੀਚਰ ਦੀ ਵੈਲਿਊ ਕੈਲਕੂਲੇਟ ਕਰਾਂਗੇ, ਫਰਨੀਚਰ ਜਿਹੜਾ ਸੇਲ ਕਰਤਾ ਉਹ ਮਾਈਨਸ ਹੋਊਗਾ, ਫਿਰ ਉਹਦੇ 'ਤੇ ਡੈਪਰੀਸ਼ੀਏਸ਼ਨ ਕੈਲਕੂਲੇਟ ਕਰਾਂਗੇ। फिर 2 बैड डेट्स लिखांगे, प्रोविज़न ऐड करांगे, ओल्ड प्रोविज़न माइनस करके लिखांगे। प्रोविज़न फिर आप डिस्काउंट ऑन डेटर्स लगावांगे। डिस्काउंट ऑन डेटर्स 7125 अपनी ओल्ड न्यू प्रोविज़न आई है, ये ओल्ड माइनस करके लिख देंगे। सैलरीज लिखांगे, रेंट लिखांगे, कैरीज आउटवर्ड लिखांगे, एडवर्टाइजमेंट एक्सपेंडिचर हो गया,
ਪ੍ਰਿੰਟਿੰਗ ਐਂਡ ਸਟੇਸ਼ਨਰੀ ਮੈਨੇਜਰ ਕਮਿਸ਼ਨ ਆਪਾਂ ਕਿਵੇਂ ਕੱਢੀਏ, ਦੋਨੋਂ ਸਾਈਡ ਟੋਟਲ ਕੀਤਾ, ਜੋ ਵੈਲਿਊ ਆ ਜਾਏਗੀ ਉਹਦੇ ਤੇ 10/110, ਕਿਉਂਕਿ ਇਹਨਾਂ ਨੇ ਕਿਹਾ ਆਫਟਰ ਚਾਰਜਿੰਗ ਸੱਚ ਕਮਿਸ਼ਨ, ਤਾਂ ਇਹ ਕਮਿਸ਼ਨ ਆ ਗਈ 21,000। ਫਿਰ ਉਹ ਜਿਹੜੀ ਵੈਲਿਊ ਆਈ ਸੀਗੀ, ਜਿਵੇਂ 2,31,000 ਆਇਆ ਸੀ, ਉਹਦੇ ਵਿੱਚੋਂ ਆਪਾਂ ਕੀ ਕਰਾਂਗੇ 21,000 ਘਟਾ ਦਾਂਗੇ, ਤਾਂ ਆਪਣੇ ਕੋਲ ਨੈਟ ਪ੍ਰੋਫਿਟ ਆ ਜਾਏਗਾ 2,10,000। ਸ਼ੀਟ ਬਣਾ ਰਹੇ ਨੇ, ਇਹਦੇ ਵਿੱਚ ਲੈਵਲਟੀ ਸਾਈਡ ਆਪਾਂ ਕੈਪੀਟਲ ਲਿਖ ਲਾਂਗੇ, ਉਹਦੇ 'ਚ ਨੈਟ ਪ੍ਰੋਫਿਟ ਐਡ ਕਰ ਦਾਂਗੇ, ਡਰਾਇੰਗ ਮਾਈਨਸ ਕਰ ਦਾਂਗੇ, ਬੈਂਕ ਓਵਰਡਰਾਫਟ ਲਿਖ ਦਾਂਗੇ, ਸੈਲਰੀ ਕ੍ਰੈਡਿਟਰਸ ਲਿਖ ਦਾਂਗੇ, ਆਊਟਸਟੈਂਡਿੰਗ ਸੈਲਰੀ ਲਿਖ ਦਾਂਗੇ, ਮੈਨੇਜਰ ਕਮਿਸ਼ਨ ਲਿਖ ਦਾਂਗੇ। ਜੋ ਪਲਾਂਟ ਐਂਡ ਮਸ਼ੀਨਰੀ ਉਹ 'ਚ ਉਹਦੀ ਡੈਪਰੀਸ਼ੀਏਸ਼ਨ ਮਾਈਨਸ ਹੋ ਜੂ, ਫਰਨੀਚਰ 'ਚੋਂ ਫਰਨੀਚਰ ਦੀ ਡੈਪਰੀਸ਼ੀਏਸ਼ਨ ਮਾਈਨਸ ਹੋ ਜੂ, ਸੈਲਰੀ ਡੈਟਰ ਦੇ ਵਿੱਚੋਂ ਜੋ ਪ੍ਰੋਵੀਜ਼ਨ ਹੈਗੀ, ਇੱਕ ਤਾਂ ਆਪਣੀ ਡਿਸਕਾਊਂਟ ਔਨ ਡੈਟਰ ਦੀ ਹੈਗੀ, ਇੱਕ ਬੈਡ ਡੈਟ ਵਾਲੀ ਪ੍ਰੋਵੀਜ਼ਨ ਆ, ਮਤਲਬ ਦੋਨੋਂ ਤਰ੍ਹਾਂ ਦੀ ਜੋ ਨਿਊ ਪ੍ਰੋਵੀਜ਼ਨ ਆ ਉਹ ਅਸੀਂ ਕੀ ਕਰਦੇ ਹੈਗੇ, ਮਾਈਨਸ ਕਰਦੇ ਹੁੰਦੇ ਹੈਗੇ। ਐਡਵਾਂਸ ਟੂ ਸਪਲਾਇਰ ਹੈਗਾ, ਉਹ ਵੀ ਆਪਣੀ ਇੱਕ ਤਰੀਕੇ ਦੀ ਐਸਟ, ਇਸ ਕਰਕੇ ਉਹ ਵੀ ਲਿਖ ਦਾਂਗੇ। ਪ੍ਰੀਪੇਡ ਰੈਂਟ ਹੋ ਗਿਆ ਹੈਗਾ, ਕੈਸ਼ ਇਨ ਹੈਂਡ, ਕੈਸ਼ ਐਟ ਬੈਂਕ ਲਿਖਾਂਗੇ। ਕਲੋਜ਼ਿੰਗ ਸਟਾਕ ਜਿਹੜੀ ਵੈਲਿਊ ਆਪਾਂ ਮਤਲਬ ਕਿ ਕੱਢੀ ਸੀਗੀ ਉਹੀ ਇੱਥੇ ਵੀ ਲਿਖ ਦੇਣੀ ਹੈਗੀ, ਦੋਨੋਂ ਸਾਈਡ ਟੋਟਲ ਕਰਾਂਗੇ ਤੇ ਮੈਚ ਹੋ ਜਾਏਗਾ। ਕੁਐਸਚਨ ਹੈਗਾ, ਫਰੋਮ ਦ ਫੋਲੋਇੰਗ ਟ੍ਰਾਇਲ ਬੈਲੈਂਸ ਆਫ ਸ਼੍ਰੀ ਸ਼ਿਵਮ ਐਜ਼ ਔਨ 31 ਮਾਰਚ 2024 ਯੂ ਆਰ ਰਿਕੁਆਇਰਡ ਟੂ ਪ੍ਰਪੇਅਰ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਕਾਊਂਟ for the year ended 31 March 2024 and balance sheet as on that date after making the necessary adjustments as mentioned here under। ਆਪਾਂ ਨੂੰ ਟ੍ਰਾਇਲ ਬੈਲੈਂਸ ਗਿਵਨ ਆ, ਉਸ ਤੋਂ ਬਾਅਦ ਕਿਹਾ ਵਾ ਐਡਜਸਟ ਟ੍ਰੇਡਿੰਗ ਐਂਡ P&L ਅਕਾਊਂਟ ਪ੍ਰਪੇਅਰ ਕਰ ਲੈਣੇ ਆ। ਓਪਨਿੰਗ ਸਟਾਕ ਡੈਬਿਟ ਸਾਈਡ ਤੇ ਲਿਖਾਂਗੇ। ਪਰਚੇਜ਼ਿਸ ਦੇ ਵਿੱਚੋਂ ਆਪਾਂ ਨੂੰ ਜੋ ਫ੍ਰੀ ਸੈਂਪਲ ਗਿਵਨ ਹੁੰਦੇ ਹੈਗੇ ਉਹ ਕੀ ਕਰਦੇ ਹੁੰਦੇ ਆ, ਮਾਈਨਸ ਕਰਕੇ ਲਿਖਦੇ ਹੁੰਦੇ। ਇੱਧਰ ਬਾਈ ਫ੍ਰੀ ਸੈਂਪਲ ਕ੍ਰੈਡਿਟ ਸਾਈਡ ਤੇ ਲਿਖੇ ਹੋਏ, ਤੁਸੀਂ ਕੀ ਕਰਨਾ ਗਾ, ਪਰਚੇਜ਼ਿਸ ਦੇ ਵਿੱਚੋਂ ਮਾਈਨਸ ਕਰਕੇ ਨੈਟ ਵੈਲਿਊ ਲਿਖਣੀ ਹੈ, ਠੀਕ ਹੈ। ਜਿਵੇਂ ਕਿ 1,68,000 ਆ ਜਾਊਗਾ। ਫਿਰ ਬੇਸਿਸ ਹੈ, ਬੇਸਿਸ ਦੇ ਵਿੱਚ ਆਪਾਂ ਨੇ ਇੰਸਟਾਲੇਸ਼ਨ ਚਾਰਜਿਸ ਕੀ ਕਰਨੇ ਹੈਗੇ, ਮਾਈਨਸ ਕਰਕੇ ਲਿਖਣੇ। ਕੈਰੀਜ਼ ਇਨਵਰਡ ਉਸੇ ਤਰੀਕੇ ਨਾਲ ਲਿਖ ਦਾਂਗੇ। ਫਿਰ ਸੇਲ ਦੇ ਵਿੱਚੋਂ ਆਪਾਂ ਗੁੱਡਸ ਸੈਂਟ ਔਨ ਅਪਰੂਵਲ ਬੇਸਿਸ ਕੀ ਕਰਾਂਗੇ, ਮਾਈਨਸ ਕਰਾਂਗੇ। ਤੇ ਕਲੋਜ਼ਿੰਗ ਸਟਾਕ ਦੇ ਵਿੱਚ ਸਟਾਕ ਜਿਹੜਾ ਕਸਟਮਰ ਕੋਲ ਹੈਗਾ ਐਟ ਕਾਸਟ ਕੀ ਕਰਾਂਗੇ, ਐਡ ਕਰਾਂਗੇ। ਉੱਪਰ ਆਪਾਂ ਨੇ ਕੀ ਕਰਨਾ, ਸੇਲ ਵੈਲਿਊ ਮਾਈਨਸ ਕਰਨੀ ਹੈ। ਜਦੋਂ ਕਲੋਜ਼ਿੰਗ ਸਟਾਕ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਕਾਸਟ ਵਾਲੀ ਵੈਲਿਊ ਲੈ ਕੇ ਚੱਲਣੀ ਹੈ, ਠੀਕ ਹੈ। ਫਿਰ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ, ਗ੍ਰੋਸ ਪ੍ਰੋਫਿਟ ਆ ਜਾਏਗਾ। ਗ੍ਰੋਸ ਪ੍ਰੋਫਿਟ ਨੂੰ ਅੱਗੇ ਬ੍ਰੌਡ ਡਾਊਨ ਕਰਾਂਗੇ, ਡਿਸਕਾਊਂਟ ਰਿਸੀਵ ਲਿਖ ਦਾਂਗੇ। ਫਿਰ ਡੈਬਿਟ ਸਾਈਡ ਪ੍ਰਪੇਅਰ ਕਰ ਲਾਂਗੇ, ਸੈਲਰੀਜ਼ ਲਿਖਾਂਗੇ, ਡੈਪਰੀਸ਼ੀਏਸ਼ਨ ਲਿਖਾਂਗੇ। ਡੈਪਰੀਸ਼ੀਏਸ਼ਨ ਦੀ ਵੈਲਿਊ ਕੈਲਕੂਲੇਟ ਕਰਨ ਲਈ ਆਪਾਂ ਨੂੰ ਪਲਾਂਟ ਐਂਡ ਮਸ਼ੀਨਰੀ ਅਕਾਊਂਟ ਬਣਾਉਣਾ ਪੈਣਾ ਗਾ। ਵੈਸੇ ਵੀ ਕਰ ਸਕਦੇ ਸੀ, ਬਟ ਜ਼ਿਆਦਾ ਸੌਖਾ ਹੋ ਜਾਂਦਾ। ਬੈਲੈਂਸ ਬ੍ਰੌਡ ਡਾਊਨ ਆਪਣੇ ਕੋਲ ਸਟਾਰਟਿੰਗ 'ਚ ਕਿੰਨਾ 60,000, ਤੇ ਆਪਾਂ ਨੂੰ ਇਹ ਕੀ ਕਹਿ ਰਹੇ ਹੈਗੇ, ਡੈਪਰੀਸ਼ੀਏਟ ਪਲਾਂਟ ਐਂਡ ਮਸ਼ੀਨਰੀ ਐਟ 20% ਪਰ ਐਨਮ ਔਨ 1/4/2023 ਮਸ਼ੀਨਰੀ ਆਫ ਦਾ ਵੈਲਿਊ ਆਫ 10,000 ਵਾਜ਼ ਡਿਸਟਰੋਇਡ ਬਾਈ ਫਾਇਰ ਐਂਡ ਇੰਸ਼ੋਰੈਂਸ ਕਲੇਮ ਸੈਟਲਡ ਐਟ 8,000 ਵਾਜ਼ ਕ੍ਰੈਡਿਟਡ ਟੂ ਮਸ਼ੀਨਰੀ ਅਕਾਊਂਟ। ਆਪਣਾ ਟੋਟਲ ਲਾਸ ਕਿੰਨੇ ਦਾ ਹੋਇਆ, 10,000 ਦਾ। ਇਹਦੇ ਵਿੱਚੋਂ 8,000 ਤਾਂ ਆਪਾਂ ਨੂੰ ਮਿਲ ਗਿਆ, ਤਾਂ 2,000 ਦਾ ਹੀ ਲਾਸ ਰਹਿ ਗਿਆ। ਦੋਨੋਂ ਤਰ੍ਹਾਂ ਦੇ ਲਾਸ ਨੂੰ ਮੈਂ ਕੀ ਕਰੂੰਗੀ, ਮਤਲਬ ਕਿ ਜੋ ਡਿਸਟਰੋਏ ਹੋਈ ਹੈ ਕ੍ਰੈਡਿਟ ਸਾਈਡ 'ਤੇ ਲਿਖੂੰਗੀ, ਬਾਈ ਬੈਂਕ ਦੇ ਨਾਮ ਨਾਲ 8,000 ਲਿਖ ਦੂੰਗੀ, ਬਾਈ ਲਾਸ ਦੇ ਨਾਮ ਨਾਲ 2,000 ਲਿਖ ਦੂੰਗੀ। ਤੇ ਦੂਜੀ ਜਿਹੜੀ ਐਸਟੀਮੇਟ ਸੀ, ਨਿਊ ਮਸ਼ੀਨ ਵਾਜ਼ ਇੰਸਟਾਲਡ ਔਨ 1 ਅਪ੍ਰੈਲ 2023 ਫॉर 10 ईयर, नो एंट्री इन द रिस्पेक्ट वाज पास्ड इन द बुक्स, बेसिस ऑफ 1,000 पेड फॉर इंस्टॉलिंग द मशीन वर डेबिटेड टू बेसिस अकाउंट। तो बेसिस ਦੇ ਵਿੱਚੋਂ ਆਪਾਂ ਇਹ ਮਾਈਨਸ ਕਰਤਾ ਸੀਗਾ, ਤੇ ਮਸ਼ੀਨਰੀ ਵਿੱਚ 1,000 ਐਡ ਹੋਣਾ ਚਾਹੀਦਾ ਸੀ। 3,000 ਜਿਹੜੀ ਨਵੀਂ ਮਸ਼ੀਨਰੀ ਮਤਲਬ ਇੰਸਟਾਲ ਕੀਤੀ ਹੈ ਉਹ ਵੀ ਵਿੱਚ ਲੈ ਕੇ ਚੱਲਾਂਗੇ, ਤੇ 4,000 ਆਪਣਾ ਟੂ ਬੈਂਕ ਦੇ ਨਾਮ ਨਾਲ ਡੈਬਿਟ ਸਾਈਡ 'ਤੇ ਲਿਖ ਦਾਂਗੇ। ਫਿਰ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹਦੇ 'ਤੇ ਆਪਾਂ ਨੇ ਕੀ ਕਰਨੀ, ਡੈਪਰੀਸ਼ੀਏਸ਼ਨ ਲਗਾਉਣੀ ਹੈਗੀ। 54,000 ਬੈਲੈਂਸਿੰਗ ਫਿਗਰ ਆਈ ਸੀ, ਉਹਦੇ 'ਤੇ ਲਗਾਇਆ ਹੈਗਾ 10,800 ਡੈਪਰੀਸ਼ੀਏਸ਼ਨ ਆ ਗਈ ਹੈਗੀ। ਤੇ ਬਾਕੀ ਜਿਹੜੀ ਬੈਲੈਂਸਿੰਗ ਫਿਗਰ ਆ ਰਹੀ ਹੈਗੀ ਉਹ ਬੈਲੈਂਸ ਕੈਰੀ ਡਾਊਨ ਹੋ ਜਾਏਗਾ, ਮਤਲਬ ਕਿ ਬੈਲੈਂਸ ਸ਼ੀਟ ਦੇ ਵਿੱਚ ਆਪਾਂ ਨੇ ਐਸੈਟ ਸਾਈਡ 'ਤੇ ਲਿਖਾਂਗੇ 43,200। ਇੰਟਰਸਟ ਔਨ ਲੋਨ ਲਿਖ ਦਾਂਗੇ। ਇਹ ਲੋਨ ਫਰੋਮ ਸ਼ਾਮ ਦਿੱਤਾ ਵਾ ਸੀਗਾ ਐਟ 6% ਫਰੋਮ 1/10/2023। 6 ਮਹੀਨਿਆਂ ਦਾ ਆਪਾਂ ਨੂੰ ਕਿੰਨਾ ਆ ਜਾਊਗਾ, 600 ਆ ਜਾਊਗਾ। 20,000 ਦਾ 6% ਤੇ 6 ਮਹੀਨਿਆਂ ਦਾ 600 ਆ ਗਿਆ ਹੈਗਾ, ਤੇ 300 ਇਹਨਾਂ ਨੇ ਦਿੱਤਾ ਵਾ ਸੀ ਇੰਟਰਸਟ ਔਨ ਲੋਨ ਕੁਐਸਚਨ ਦੇ ਵਿੱਚ। ਤਾਂ ਇਹਦਾ ਮਤਲਬ 300 ਆਊਟਸਟੈਂਡਿੰਗ ਆ, ਤਾਂ ਆਪਾਂ ਕਿੰਨਾ ਲਿਖਾਂਗੇ, 600 ਹੀ ਲਿਖਾਂਗੇ ਟੋਟਲ ਕਰਕੇ। ਉਸ ਤੋਂ ਬਾਅਦ ਇਹਦੇ ਵਿੱਚ ਬੈਡ ਡੈਟ ਲਿਖਾਂਗੇ, ਫਰਦਰ ਬੈਡ ਡੈਟ ਐਡ ਕਰ ਦਾਂਗੇ, ਪ੍ਰੋਵੀਜ਼ਨ ਐਡ ਕਰ ਦਾਂਗੇ, ਪ੍ਰੋਵੀਜ਼ਨ ਔਨ ਡਿਸਕਾਊਂਟ ਔਨ ਡੈਟਰ ਵੀ ਐਡ ਕਰ ਦਾਂਗੇ। ਉਸ ਤੋਂ ਬਾਅਦ ਪੋਸਟੇਜ ਐਂਡ ਟੈਕਸ ਲਿਖ ਦਾਂਗੇ, ਰੈਂਟ ਰੇਟ ਐਂਡ ਟੈਕਸਿਸ ਆ ਜਾਣਗੇ, ਇੰਸ਼ੋਰੈਂਸ, ਟਰੈਵਲਿੰਗ ਐਕਸਪੈਂਸ, ਸੈਲਰੀ ਐਕਸਪੈਂਸ, ਲਾਸ ਆਫ ਮਸ਼ੀਨ, ਉਹ ਜਿਹੜਾ 2,000 ਆਪਾਂ ਉਸ ਦੇ ਵਿੱਚ ਕੱਢਿਆ ਸੀਗਾ ਅਕਾਊਂਟ ਬਣਾ ਕੇ, ਠੀਕ ਹੈ। ਫਿਰ ਐਡਵਰਟਾਈਜ਼ਮੈਂਟ ਐਕਸਪੈਂਸ ਆ ਜਾਣਗੇ, ਪੇਟੈਂਟ ਰਿਟਰਨ ਆਫ ਦੀ ਵੀ ਇਹਨਾਂ ਨੇ ਐਡਜਸਟਮੈਂਟ ਦਿੱਤੀ ਹੋਈ ਸੀਗੀ। ਟਰਾਇਲ ਬੈਲੈਂਸ ਦੇ ਵਿੱਚ ਸੀ 10 ਈਅਰ ਫਰੋਮ 1/4/2023, ਤੇ 40,000 ਦਾ ਫਿਰ ਆਪਾਂ ਕੀ ਕਰਾਂਗੇ, 10 ਨਾਲ ਡਿਵਾਈਡ ਕਰਕੇ 4,000 ਆ ਰਿਹਾ ਸੀਗਾ,
ठीक है। तो पेटेंट रिटर्न ऑफ आ जाएगा, दोनों साइड टोटल करांगे, बैलेंसिंग फिगर आ जाएगी, नैट प्रॉफिट आ जाएगा। बैलेंस शीट प्रिपेयर करांगे, कैपिटल दे विचों ड्राइंग माइनस करांगे, नैट प्रॉफिट ऐड करके लिखांगे। फिर लोन फ्रॉम शाम लिखांगे, आउटस्टैंडिंग इंटरस्ट 300 रुपए से वो लिख देंगे, सैलरी क्रेडिटर्स लिख देंगे, बैंक ओवरड्राफ्ट लिख देंगे। एक क्रेडिटर दे विच इंक्रीज हो रहा है मशीनरी वाला, क्योंकि आप क्या सी ना भी 3000 की एंट्री नहीं पाएगी, तो इस करके इंक्रीज इन क्रेडिटर कितना लिखांगे 10,000। ठीक है, मशीनरी दे क्रेडिटर उस तो बाद एसेट साइड प्रिपेयर कर लेंगे। फर्नीचर फिक्सचर चो डेप्रीशिएशन माइनस करेंगे, प्लांट एंड मशीनरी चो प्लांट की डेप्रीशिएशन माइनस कर देंगे। पेटेंट के विचों 4000 आप उत्थे लिखता सी रिटन ऑफ के तौर पर, तो 36,000 बच जाएगा, वो लिखता। सैलरी डेटर के विचों बैड डेट माइनस करांगे, प्रोविजन नवी वाली माइनस करांगे, तो नवे ही प्रोविजन डिस्काउंट ऑन डेटर की माइनस करांगे। फिर कैश इन हैंड लिखांगे, लैन तो बाद कैश एट बैंक 20,500 तो अपने को पहला सीगा, तो ਆਪਾਂ ਲਿਖਿਆ ਸੀ ਨਾ ਵੀ ਇੰਸ਼ੋਰੈਂਸ ਕੰਪਨੀ ਤੋਂ ਆਪਾਂ ਨੂੰ ਕਲੇਮ ਮਿਲ ਗਿਆ ਹੈਗਾ, ਇਸ ਕੰਪਨੀ ਤੋਂ ਆਪਾਂ ਨੂੰ ਕਲੇਮ ਮਿਲ ਗਿਆ, ਤਾਂ ਇਸ ਕਰਕੇ ਇਹਨੂੰ ਕੀ ਕਰਾਂਗੇ ਬੈਂਕ ਦੇ ਵਿੱਚ ਐਡ ਕਰਕੇ ਲਿਖਾਂਗੇ। ਤੇ ਕਲੋਜ਼ਿੰਗ ਸਟਾਕ ਲਿਖ ਦਾਂਗੇ, ਦੋਨੋਂ ਸਾਈਡ ਟੋਟਲ ਕਰਾਂਗੇ ਤੇ ਮੈਚ ਹੋ ਜਾਏਗਾ। ਇਹ ਬੁੱਕ ਨਾਲੋਂ 1600 ਰੁਪਏ ਦਾ ਆਨਸਰ ਦਾ ਫਰਕ ਆ ਰਿਹਾ ਹੈਗਾ, ਬਟ ਮੈਨੂੰ ਐਂ ਲੱਗਦਾ ਜਿਹੜਾ 8000 ਆ 8000 ਤੇ ਇਹਨਾਂ ਨੇ ਲਗਾਈ ਵੀ ਹੈ ਡੈਪਰੀਸ਼ੀਏਸ਼ਨ, ਉਹਦੇ ਨਾਲ ਆਪਣਾ ਆਨਸਰ ਤਾਂ ਆ ਜਾਏਗਾ, ਬਟ ਉਹ ਗਲਤ ਅਪਰੋਚ ਹੋ ਜਾਏਗੀ, ਕਿਉਂਕਿ ਜਿਹੜੀ ਮਸ਼ੀਨਰੀ ਸਟਾਰਟਿੰਗ ਦੇ ਵਿੱਚ ਹੀ ਡਿਸਟਰੋਏ ਹੋਊਗੀ ਤਾਂ ਉਹਦੇ 'ਤੇ ਆਪਾਂ ਡੈਪਰੀਸ਼ੀਏਸ਼ਨ ਨਹੀਂ ਲਗਾ ਸਕਦੇ ਵੀ, ਜ਼ਿਆਦਾ ਡੇਟ ਗਲਤ ਹੋ ਸਕਦੀ ਹੈਗੀ, ਉਸ ਤਰੀਕੇ ਨਾਲ ਫਿਰ ਆ ਜਾਏਗਾ। 40ਵਾਂ ਕੁਐਸਚਨ ਫਰੋਮ ਦ ਫੋਲੋਇੰਗ ਟ੍ਰਾਇਲ ਬੈਲੈਂਸ ਆਫ ਐਸ ਔਨ 31 ਮਾਰਚ 2024 ਯੂ ਆਰ ਰਿਕੁਐਸਟਡ ਟੂ ਪ੍ਰਪੇਅਰ trading and profit and loss count for the year ended 31 March 2024 and a balance sheet as on that date after making necessary adjustments. Trial balance given and following adjustments are to be made. Adjustments given ਆਪਾਂ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲੋਸ ਕਾਊਂਟ ਪ੍ਰਪੇਅਰ ਕਰ ਲੈਣੇ। ਓਪਨਿੰਗ ਸਟਾਕ ਡੈਬਿਟ ਸਾਈਡ 'ਤੇ ਲਿਖਾਂਗੇ, ਪਰਚੇਜ਼ਿਸ ਦੇ ਵਿੱਚੋਂ ਪਰਚੇਜ਼ ਆਫ ਫਰਨੀਚਰ ਮਾਈਨਸ ਕਰਕੇ ਲਿਖਾਂਗੇ। ਇੱਕ ਗੁੱਡਸ ਬਿਡਨ ਡੂਰਿੰਗ ਦਾ ਈਅਰ ਸੀ, ਠੀਕ ਹੈ, ਤਾਂ ਉਹ ਪਰਚੇਜ਼ਿਸ ਦੇ ਵਿੱਚੋਂ ਹੀ ਮਾਈਨਸ ਕਰਕੇ ਲਿਖ ਦਿੰਦੇ। ਇੱਧਰ ਕ੍ਰੈਡਿਟ ਸਾਈਡ 'ਤੇ ਪਈ ਆਨਸਰ ਤਾਂ ਮੈਚ ਹੋ ਜਾਏਗਾ, ਬਟ ਜ਼ਿਆਦਾ ਕੀ ਸੂਟੇਬਲ ਹੈਗਾ ਪਰਚੇਜ਼ਿਸ ਦੇ ਵਿੱਚੋਂ ਮਾਈਨਸ ਕਰਕੇ ਲਿਖੋ। ਉਸ ਤੋਂ ਬਾਅਦ ਬੇਸਿਸ ਲਿਖ ਦਾਂਗੇ, ਕੈਰੀਜ਼ ਲਿਖ ਦਾਂਗੇ। ਫਿਰ ਕ੍ਰੈਡਿਟ ਸਾਈਡ ਪ੍ਰਪੇਅਰ ਕਰ ਲਾਂਗੇ, ਸੇਲ ਦੇ ਵਿੱਚੋਂ ਸੇਲ ਔਨ ਅਪਰੂਵਲ ਬੇਸਿਸ ਆਪਾਂ ਮਾਈਨਸ ਕਰਾਂਗੇ ਸੇਲ ਵਾਲੀ ਵੈਲਿਊ, ਅਤੇ ਫਿਰ ਕਲੋਜ਼ਿੰਗ ਸਟਾਕ ਦੇ ਵਿੱਚੋਂ ਸੇਲਸ ਔਨ ਅਪਰੂਵਲ ਜਿਹੜੀ ਕੋਸਟ ਵਾਲੀ ਵੈਲਿਊ ਉਹ ਪਲੱਸ ਕਰਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਅਤੇ ਮੈਚ ਹੋ ਜਾਏਗਾ। ਫਿਰ ਗ੍ਰੋਸ ਪ੍ਰੋਫਿਟ ਨੂੰ ਅੱਗੇ ਬ੍ਰੌਟ ਡਾਊਨ ਕਰਾਂਗੇ। ਡੈਪਰੀਸ਼ੀਏਸ਼ਨ ਦੋਨੋਂ ਆਪਾਂ ਲਿਖ ਦਾਂਗੇ ਫਰਨੀਚਰ ਦੀ, ਮੋਟਰ ਕਾਰ ਦੀ। ਉਸ ਤੋਂ ਬਾਅਦ ਕੈਰੀਜ਼ ਆਊਟਵਰਡ ਲਿਖਾਂਗੇ, ਜਨਰਲ ਐਕਸਪੈਂਸਿਸ ਲਿਖਾਂਗੇ, ਕੈਸ਼ ਡਿਸਕਾਊਂਟ ਲਿਖਾਂਗੇ। ਬੈਡ ਡੈਟ ਦੇ ਵਿੱਚ ਫਰਦਰ ਬੈਡ ਡੈਟ ਐਡ ਹੋ ਜਾਣਗੇ, ਨਿਊ ਪ੍ਰੋਵੀਜ਼ਨ ਐਡ ਹੋ ਜਾਏਗੀ। ਪ੍ਰਿੰਟਿੰਗ ਐਂਡ ਸਟੇਸ਼ਨਰੀ ਲਿਖਾਂਗੇ, ਫਿਰ ਐਡਵਰਟਾਈਜ਼ਮੈਂਟ ਲਿਖ ਦਾਂਗੇ, ਸੇਲਸਮੈਨ ਕਮਿਸ਼ਨ ਲਿਖਾਂਗੇ, ਜਿਹੜੀ ਆਊਟਸਟੈਂਡਿੰਗ ਆ ਉਹ ਐਡ ਕਰਕੇ ਲਿਖਾਂਗੇ। ਪੋਸਟੇਜ ਐਂਡ ਟੈਲੀਫੋਨ, ਸੈਲਰੀ, ਰੇਟ ਐਂਡ ਟੈਕਸ, ਇੰਸ਼ੋਰੈਂਸ ਲਿਖ ਦਾਂਗੇ। ਫਿਰ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਟੋਟਲ ਕਰਨ ਤੋਂ ਬਾਅਦ ਨੈਟ ਪ੍ਰੋਫਿਟ ਆ ਜਾਏਗੀ। ਇੱਕ ਸੇਲਸਮੈਨ ਕਮਿਸ਼ਨ ਆਪਾਂ ਨੂੰ ਕੁਐਸਚਨ ਦੇ ਵਿੱਚ 87,500 ਦਿੱਤੀ ਸੀ, ਅਤੇ ਉਹਦੀ ਟੋਟਲ ਕਮਿਸ਼ਨ ਆਪਾਂ ਕੱਢਦੇ ਹੈਗੇ ਤਾਂ ਕਿੰਨੀ ਆ ਰਹੀ ਹੈਗੀ 95,625, ਅਤੇ ਜਿਹੜੀ ਬਾਕੀ ਬਚ ਰਹੀ ਹੈਗੀ 81,125, ਇਹ ਕੀ ਆਪਣੀ ਆਊਟਸਟੈਂਡਿੰਗ ਹੈ, ਤਾਂ ਉਹ ਇਹ 'ਚ ਐਡ ਕਰਕੇ ਲਿਖੀਏ। ਠੀਕ ਹੈ, ਆਪਣਾ 95,625 ਕਿਵੇਂ ਆਉਂਦਾ ਗਾ, ਜਿਹੜੀ ਆਪਣੀ ਅਪਰੂਵਲ ਬੇਸਿਸ ਵਾਲੀ ਸੇਲ ਆ ਉਹ ਮਾਈਨਸ ਕਰਨ ਤੋਂ ਬਾਅਦ ਜਿੰਨੀ ਵੈਲਿਊ ਆ ਰਹੀ ਹੈ ਉਹਦੇ 'ਤੇ 5% ਲਾਉਣਾ ਸੀਗਾ। ਬੈਲੈਂਸ ਸ਼ੀਟ ਪ੍ਰਪੇਅਰ ਕਰ ਲੈਂਦੇ ਹਾਂ। ਸੈਲਰੀ ਕ੍ਰੈਡੀਟਰਸ ਲਿਖ ਦਾਂਗੇ, ਆਊਟਸਟੈਂਡਿੰਗ ਲੈਬਿਲਿਟੀ ਦੇ ਵਿੱਚੋਂ 55,000 ਮਾਈਨਸ ਕਰਕੇ ਲਿਖਾਂਗੇ, ਕਿਉਂਕਿ ਇਹਨਾਂ ਨੇ ਐਡਜਸਟਮੈਂਟ ਦਿੱਤੀ ਹੈ। ਐਡਜਸਟਮੈਂਟ ਦੇ ਵਿੱਚ ਕੀ ਕਿਹਾ ਹੋਇਆ ਸੀਗਾ, ਪ੍ਰਿੰਟਿੰਗ ਐਂਡ ਸਟੇਸ਼ਨਰੀ ਐਕਸਪੈਂਸ ਆਫ 55,000 ਰਿਲੇਟਿੰਗ ਟੂ 2022-23 ਹੈਡ ਨਾਟ ਬੀਨ ਪ੍ਰੋਵਾਈਡਡ ਇਨ ਦੈਟ ਈਅਰ ਬਟ ਵਰ ਪੇਡ ਇਨ 2023-24 ਬਾਈ ਡੈਬਿਟਿੰਗ ਆਊਟਸਟੈਂਡਿੰਗ ਲੈਬਿਲਿਟੀ। ਮਤਲਬ ਆਊਟਸਟੈਂਡਿੰਗ ਲੈਬਿਲਿਟੀ ਨੂੰ ਖਤਮ ਕਰ ਰਹੇ ਹਾਂ ਅਸੀਂ, ਤਾਂ 55,000 ਲੈਬਿਲਿਟੀ ਦੇ ਵਿੱਚ ਆਪਣੇ ਕੋਲ ਪਹਿਲਾਂ ਸੀਗਾ ਟਰਾਇਲ ਬੈਲੈਂਸ ਦੇ ਵਿੱਚ, ਉਹ ਹੁਣ ਪੇ ਕਰਤਾ, ਤਾਂ ਅਸੀਂ ਕੀ ਕਰਾਂਗੇ 55,000 ਇਹਦੇ ਵਿੱਚੋਂ ਮਾਈਨਸ ਕਰਕੇ ਜ਼ੀਰੋ ਵੈਲਿਊ ਹੀ ਆ ਜਾਊਗੀ। ਇਸ ਕਰਕੇ ਆਊਟਸਟੈਂਡਿੰਗ ਲੈਬਿਲਿਟੀ ਨੂੰ ਭਾਵੇਂ ਸ਼ੋਅ ਨਾ ਵੀ ਕਰੋ, ਠੀਕ ਹੈ, ਤਾਂ ਵੀ ਆਨਸਰ ਤਾਂ ਆਪਣਾ ਸੇਮ ਹੀ ਹੋਣਾ। 55,000 ਸੀ, ਉਹ 'ਚੋਂ 55,000 ਹੀ ਪੇ ਕਰਤਾ, ਤਾਂ ਆਊਟਸਟੈਂਡਿੰਗ ਲੈਬਿਲਿਟੀ ਆਪਣੀ ਕੀ ਰਹਿ ਜਾਊਗੀ, ਜ਼ੀਰੋ ਰਹਿ ਜਾਊਗੀ। ਠੀਕ ਹੈ, ਫਿਰ ਅੱਗੇ ਦੂਜਾ ਇਸ ਦਾ ਟਰੀਟਮੈਂਟ ਕੀ ਹੋਏਗਾ, ਆਪਾਂ ਕੈਪੀਟਲ ਦੇ ਵਿੱਚੋਂ ਮਾਈਨਸ ਕਰਕੇ ਲਿਖਾਂਗੇ। ਕੈਪੀਟਲ ਦੇ ਵਿੱਚ ਨੈਟ ਪ੍ਰੋਫਿਟ ਐਡ ਕਰ ਦਾਂਗੇ, ਡਰਾਇੰਗ ਮਾਈਨਸ ਕਰਾਂਗੇ, ਐਡੀਸ਼ਨਲ ਜੋ ਡਰਾਇੰਗ ਸੀ ਗੁੱਡਸ ਵਿਦਡਰਾਉਨ ਉਹ ਵੀ ਮਾਈਨਸ ਕਰਕੇ ਲਿਖ ਦਾਂਗੇ। ਫਿਰ ਆਊਟਸਟੈਂਡਿੰਗ ਕਮਿਸ਼ਨ ਲਿਖ ਦਾਂਗੇ। ਫਿਰ ਅੱਗੇ ਐਸੇਟ ਸਾਈਡ ਪ੍ਰਪੇਅਰ ਕਰ ਲਾਂਗੇ। ਡੈਟਰ ਦੇ ਵਿੱਚੋਂ ਆਪਾਂ ਇੱਕ ਤਾਂ ਸੇਲ ਔਨ ਅਪਰੂਵਲ ਬੇਸਿਸ ਸੀ ਉਹ ਮਾਈਨਸ ਕਰਕੇ ਲਿਖਾਂਗੇ, ਇੱਕ ਬੈਡ ਡੈਟ ਮਾਈਨਸ ਕਰਾਂਗੇ, ਪ੍ਰੋਵੀਜ਼ਨ ਮਾਈਨਸ ਕਰਕੇ ਲਿਖਾਂਗੇ। ਫਿਰ ਮੋਟਰ ਕਾਰ ਦੇ ਵਿੱਚ ਉਹਦੀ ਡੈਪਰੀਸ਼ੀਏਸ਼ਨ ਮਾਈਨਸ ਕਰਕੇ ਲਿਖਾਂਗੇ, ਫਰਨੀਚਰ 'ਚ ਉਹਦੀ ਡੈਪਰੀਸ਼ੀਏਸ਼ਨ ਮਾਈਨਸ ਹੋ ਜਾਏਗੀ। ਫਿਰ ਕੈਸ਼ ਐਟ ਬੈਂਕ ਲਿਖਾਂਗੇ, ਕੈਸ਼ ਇਨ ਹੈਂਡ ਲਿਖਾਂਗੇ, ਅਤੇ ਕਲੋਜ਼ਿੰਗ ਸਟਾਕ ਲਿਖਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਅਤੇ ਟੋਟਲ ਮੈਚ ਹੋ ਜਾਏ।